ਸਤਿ ਸ਼੍ਰੀ ਅਕਾਲ। ਫਾਸਟ ਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡੇ ਨਾਲ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾਉਣ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ। ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਨੇ ਸਮਾਗਮ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਉਮੜਿਆ ਸੰਗਤਾਂ ਦਾ ਸੈਲਾਬ। ਗੁਰੂ ਘਰਾਂ ਦੇ ਵਿੱਚ ਸੰਗਤ ਹੋ ਰਹੀ ਹੈ ਨਤਮਸਤਕ। प्रकाश पुरब के मौके सुल्तानपुर लोधी विखे समागमों का आयोजन। मुख्यमंत्री कैप्टन अमरिंदर सिंह गुरुद्वारा श्री बेर साहिब विखे होणगे नतमस्तक। कई विकास कार्यों का भी करनगे उद्घाटन। गुरुद्वारा दरबार साहिब के डेरा बाबा नानक विखे भी भरनगे हासिल। दिल्ली ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ। ਸ਼ਰਤਾਂ ਰੱਖਣ ਦੇ ਕਰਕੇ ਕੇਂਦਰ ਦੇ ਵੱਲੋਂ ਗੱਲਬਾਤ ਕਰਨ ਦਾ ਦਿੱਤਾ ਸੱਦਾ। ਠੁਕਰਾਇਆ ਕੇਂਦਰ ਅੱਗੇ ਰੱਖੀਆਂ 8 ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ। ਫਰੀਦਕੋਟ ਦੇ ਨਿਊ ਕੈਂਟ ਰੋਡ ਤੇ ਵਾਪਰੀ ਲੁੱਟ ਦੀ ਵਾਰਦਾਤ। ਨਕਾਬਪੋਸ਼ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਮਹਿਲਾ ਵਕੀਲ ਨੂੰ ਘਰ 'ਚ ਬੰਦਕ ਬਣਾ ਕੇ ਸੋਨੇ ਦੇ ਗਹਿਣੇ, ਨਕਦੀ ਅਤੇ ਕਾਰ ਲੁੱਟ ਕੇ ਫਰਾਰ। ਘਰ ਦੇ ਇਲਾਕੇ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ ਪੁਲਿਸ। ਤੇ ਫਾਸਟ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਅਦਾਰੇ ਦੇ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਤੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸੁਲਤਾਨਪੁਰ ਲੋਧੀ ਵਿਖੇ ਵੱਖ-ਵੱਖ ਜਗ੍ਹਾ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ। ਦੱਸ ਦਈਏ ਕਿ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਜਿਹੜੇ ਮੁੱਖ ਸਮਾਗਮ ਹੋ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਅੱਜ ਨਤਮਸਤਕ ਹੋਣਗੇ। ਉੱਥੇ ਦੱਸ ਦਈਏ ਕਿ ਮੁੱਖ ਮੰਤਰੀ ਦੇ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਉੱਥੇ ਮੁੱਖ ਮੰਤਰੀ ਅੱਜ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਵਿਖੇ ਵੀ ਨਤਮਸਤਕ ਹੋਣਗੇ। ਇੱਥੇ ਜ਼ਿਕਰਯੋਗ ਹੈ ਕਿ ਐਸਜੀਪੀਸੀ ਅਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਵਾਰ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਨੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ। ਤੇ ਉੱਥੇ ਦੱਸੀਏ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅੱਜ ਨਤਮਸਤਕ ਹੋਣ ਲਈ ਪਹੁੰਚਣਗੇ ਅਤੇ ਨਾਲ ਹੀ ਕਈ ਵਿਕਾਸ ਕਾਰਜਾਂ ਦਾ ਉਹਨਾਂ ਦੇ ਵੱਲੋਂ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਉੱਥੇ ਦੱਸ ਦਈਏ ਕਿ ਇਸ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ, ਨਜ਼ਰ ਪਾ ਲੈਂਦੇ। सतगुरु नानक प्रगटिया मिटी धुंद जग चानण होया। ज्यों कर सूरज निकलिया तारे चुप अंधेर पलोआ। समुची लुकाई दे रहबर वजों जाने जांदे महान क्रांतिकारी, महाकवि, परम विद्वान, महान उपदेशक, निडर जोधे, अकाल पुरख जोत, साहिबे कमाल श्री गुरु नानक देव जी का 551वां प्रकाश पुरब बड़ी शरधा ते उत्साह नाल हर वार दे वांगू इस वार भी विश्व भर च बैठियां नानक नाम लेवा संगतां वल्लों मनाया जा रहा है। गुरु साहिब का जन्म 1469 ਨੂੰ ਰਾਏ ਭੋਏ ਦੀ ਤਲਵੰਡੀ
ਜੋ ਅੱਜਕੱਲ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣੀ ਜਾਂਦੀ ਹੈ, 'ਚ ਪਿਤਾ ਮਹਿਤਾ ਕਾਲੂ ਰਾਮ ਅਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ। ਬਚਪਨ ਤੋਂ ਹੀ ਆਪ ਦੀ ਵਿਲੱਖਣ ਸ਼ਖਸੀਅਤ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਸੀ। ਰਸਮੀ ਪੜ੍ਹਾਈ ਤੋਂ ਬਾਅਦ ਗੁਰੂ ਸਾਹਿਬ ਦੇ ਪਿਤਾ ਨੇ ਆਪ ਨੂੰ ਕਾਰੋਬਾਰ ਲਈ 20 ਰੁਪਏ ਦੇ ਕੇ ਭੇਜਿਆ, ਜਿਸ ਦਾ ਆਪ ਭੁੱਖੇ ਤੇ ਲੋੜਵੰਦ ਸਾਧੂਆਂ ਨੂੰ ਲੰਗਰ ਛਕਾ ਆਏ। ਭੈਣ ਬੇਬੇ ਨਾਨਕੀ ਦੇ ਕਹਿਣ ਤੇ ਪਿਤਾ ਨੇ ਆਪ ਨੂੰ ਸੁਲਤਾਨਪੁਰ ਲੋਧੀ ਵਿਖੇ ਕੰਮ ਕਰਨ ਲਈ ਭੇਜ ਦਿੱਤਾ, ਜਿੱਥੇ ਆਪ ਨੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ 'ਚ ਨੌਕਰੀ ਕੀਤੀ ਅਤੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਜੀ ਦਾ ਇਹ ਮਹਾਨ ਚਰਨ ਛੋਹ ਪ੍ਰਾਪਤ ਸਥਾਨ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਰਮ ਭੂਮੀ ਹੈ। ਇੱਥੇ ਮਹਾਰਾਜ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਨਾਮ ਜਪਣਾ ਦੱਸਿਆ, ਗੁਰਦੁਆਰਾ ਹੱਟ ਸਾਹਿਬ ਵਿਖੇ ਕਿਰਤ ਕਰਨ ਦੀ ਔਰ ਵੰਡ ਕੇ ਛਕਣ ਦੀ ਜਾਚ ਸਿਖਾਈ। ਗ੍ਰਸਤ ਵਿੱਚ ਨਿਰਲੇਪ ਰਹਿਣਾ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਵਿਖੇ ਇਬਾਦਤ ਕਰਨ ਦਾ ਅਸਲ ਤਰੀਕਾ ਗੁਰਦੁਆਰਾ ਅੰਤਰਜਾਮਤਾ ਸਾਹਿਬ। ਸੋ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਨੂੰ ਧੁਰ ਦਰਗਾਹੋਂ ਗੁਰਦੁਆਰਾ ਸੰਤ ਘਾਟ ਸਾਹਿਬ ਜੀ ਵਿਖੇ ਮੂਲ ਮੰਤਰ ਦੇ ਰੂਪ ਦੇ ਵਿੱਚ ਪ੍ਰਾਰੰਭਤਾ ਕੀਤੀ। ਕੀਰਤਨ ਦੀ ਪ੍ਰਾਰੰਭਤਾ ਇੱਥੇ ਹੋਈ ਹੈ। ਐਸੇ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਵਿਖੇ, ਕਿਉਂਕਿ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਜੀ ਤੋਂ ਇਲਾਵਾ ਸਾਡੇ ਪਾਸ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੇਵਲ ਇਹ ਇੱਕ ਅਸਥਾਨ ਹੀ ਬਚਿਆ ਹੋਇਆ। ਸਾਰਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਸਮੁੱਚਾ ਖਾਲਸਾ ਪੰਥ ਸੁਲਤਾਨਪੁਰ ਲੋਧੀ ਇਕੱਤਰ ਹੋ ਕੇ 551ਵਾਂ ਪ੍ਰਕਾਸ਼ ਗੁਰਪੁਰਬ ਜੋ 2020 ਦੇ ਵਿੱਚ ਆਪਾਂ 30 ਨਵੰਬਰ ਨੂੰ ਮਨਾ ਰਹੇ ਹਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ 551 ਸਾਲਾ ਪ੍ਰਕਾਸ਼ ਪੁਰਬ ਸਮੁੱਚੀ ਸੰਗਤ ਨੂੰ ਉਸ ਮਹਾਨ ਗੁਰੂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਉੱਥੇ ਮੈਂ ਵੀ ਬੇਨਤੀ ਕਰਨੀ ਚਾਹੁੰਦਾ, ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਹੋਰ ਬਹੁਤ ਸਥਾਨ ਤੇ ਆ ਕੇ ਆਪਣੇ ਚਰਨ ਪਾਏ ਨੇ, ਉੱਥੇ ਬਟਾਲੇ ਦੇ ਲਾਗੇ ਗੁਰਦੁਆਰਾ ਅਚਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ, ਜਿੱਥੇ ਇੱਕ ਹਿੰਦੂ ਧਰਮ ਦਾ ਮੰਦਿਰ ਵੀ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆ ਕੇ ਸਿੱਧਾਂ ਨਾਲ ਗੋਸ਼ਟ ਕੀਤੀ ਹੈ। ਔਰ ਗੋਸ਼ਟ ਦੇ ਵਿੱਚ ਸਿੱਧਾਂ ਨੂੰ ਸਿੱਧੇ ਰਾਹ ਪਾਉਣ ਲਈ ਬਹੁਤ ਵੱਡਾ ਪਰਉਪਕਾਰ ਗੁਰੂ ਨਾਨਕ ਸਾਹਿਬ ਨੇ ਕਰਕੇ ਇਸਤਰੀ ਜਾਤੀ ਨੂੰ ਉੱਚਾ ਚੁੱਕਿਆ। ਉਹ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਦੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਗੁਰੂ ਨਾਨਕ ਸਾਹਿਬ ਉਸ ਇਤਿਹਾਸਕ ਦਿਨ ਤੇ ਗੁਰਦੁਆਰਾ ਅਚਲ ਸਾਹਿਬ ਆਏ ਸਨ, ਜਿਹੜਾ ਮੇਲਾ ਅੱਜ ਵੀ ਸੰਗਤਾਂ ਬੜੇ ਪਿਆਰ, ਸਤਿਕਾਰ, ਸ਼ਰਧਾ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਪਣਾ ਸੀਸ ਝੁਕਾ ਕੇ ਸਮਰਪਿਤ ਹੁੰਦੀਆਂ। ਮੈਂ ਸਾਰੀ ਸੰਗਤ ਨੂੰ ਇਸ ਮਹਾਨ ਦਿਨ ਤੇ ਵਧਾਈ ਵੀ ਦੇਣਾ ਔਰ ਗੁਰੂ ਨਾਨਕ ਸਾਹਿਬ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕਰਦਿਆਂ ਬੇਨਤੀ ਕਰਾਂਗਾ, ਉਹ ਗੁਰਦੁਆਰਾ ਅਚਲ ਸਾਹਿਬ ਚੱਲ ਕੇ ਉਸ ਪਾਵਨ ਪਵਿੱਤਰ ਸਥਾਨ ਤੇ ਆਪਣਾ ਸੀਸ ਝੁਕਾ ਕੇ ਨਤਮਸਤਕ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀਖਾਨੇ ਦੀ ਨੌਕਰੀ ਛੱਡਣ ਤੋਂ ਬਾਅਦ ਪਰਿਵਾਰ ਨੂੰ ਪਿੱਛੇ ਛੱਡ ਲੁਕਾਈ ਦਾ ਭਲਾ ਕਰਨ ਲਈ ਦੂਰ ਦੂਰ ਤੱਕ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ 4 ਉਦਾਸੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਨੇ ਉੱਚ ਕੋਟੀ ਦੀ ਬਾਣੀ ਰਚੀ। ਜਪਜੀ ਸਾਹਿਬ, ਆਸਾ ਦੀ ਵਾਰ ਸਮੇਤ ਉਹਨਾਂ ਨੇ 974 ਸ਼ਬਦਾਂ ਦੀ ਬਾਣੀ 14 ਰਾਗਾਂ 'ਚ ਰਚੀ। ਉਹਨਾਂ ਦੀ ਮਹਾਨ ਬਾਣੀ ਅੱਜ ਵੀ ਪੂਰੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀ ਹੈ। ਉਹਨਾਂ ਆਪਣੀ ਬਾਣੀ ਜ਼ਰੀਏ ਜ਼ਾਲਮਾਂ ਨੂੰ ਖੂਬ ਫਿਟਕਾਰ ਪਾਈ। ਉਹਨਾਂ ਨੇ ਔਰਤਾਂ ਨੂੰ ਮਰਦਾਂ ਬਰਾਬਰ ਦਰਜਾ ਦਿੱਤਾ ਤੇ ਉਚਾਰਿਆ, ਸੋ ਕਿਉਂ ਮੰਦਾ ਆਖੀਐ ਜਿਤ ਜਮੇ ਰਾਜਾਨ। ਮਨੁੱਖਤਾ ਤੇ ਹੁੰਦਾ ਜ਼ੁਲਮ ਵੇਖ ਕੇ ਉਹ ਰੱਬ ਨੂੰ ਉਲਾਮਾ ਦੇਣ ਤੋਂ ਵੀ ਨਹੀਂ ਪਿੱਛੇ ਹਟੇ ਤੇ ਫਰਮਾਇਆ, ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1558 ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਸ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਜੋ ਸੰਸਾਰ ਨੂੰ ਜਲਦਾ ਬਲਦਾ ਸੜਦਾ ਵੇਖਿਆ, ਸੰਸਾਰ ਦੇ ਭਲੇ ਵਾਸਤੇ ਪਹਿਲੀ ਉਦਾਸੀ ਸ਼ੁਰੂ ਕੀਤੀ ਸੱਚੇ ਪਾਤਸ਼ਾਹ ਜੀ ਨੇ, ਜਿੱਥੇ ਮਹਾਰਾਜ ਜੀ ਨੇ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚੁਲਾਏ। ਪਹਿਲਾਂ ਆਪ ਧਰਮ ਦੀ ਕਿਰਤ ਕਰਕੇ ਦੱਸਿਆ ਸੱਚੇ ਪਾਤਸ਼ਾਹ ਜੀ ਨੇ। 15 ਸਾਲ ਸੱਚੇ ਪਾਤਸ਼ਾਹ ਇੱਥੇ ਫਿਰ ਉਦਾਸੀ ਕੱਪੜੇ ਉਤਾਰ ਕੇ ਤੇ ਸੰਸਾਰੀ ਕੱਪੜੇ ਪਹਿਨ ਕੇ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੀ ਪਾਵਨ ਧਰਤੀ ਤੇ ਇੱਥੇ ਫਿਰ ਮਹਾਰਾਜ ਵਾਹੀ ਖੇਤੀ ਕੀਤੀ। ਇੱਥੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਆਏ ਨੇ, ਇੱਥੇ ਆਣ ਕੇ ਉਹਨਾਂ ਸੇਵਾ ਕੀਤੀ ਹੈ ਤੇ 18 ਸਾਲ ਤੱਕ ਉਹਨਾਂ ਨੇ ਕਰਤਾਰਪੁਰ 'ਚ ਖੇਤੀ ਕੀਤੀ ਅਤੇ ਸੰਗਤਾਂ ਨੂੰ ਅਕਾਲ ਪੁਰਖ ਦਾ ਉਪਦੇਸ਼ ਦਿੱਤਾ।
ਉਹਨਾਂ ਨੇ ਸਮੁੱਚੀ ਦੁਨੀਆ ਨੂੰ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਸੁਨੇਹਾ ਦਿੱਤਾ ਤੇ 1539 ਈਸਵੀ ਨੂੰ ਉਹ ਅਕਾਲ ਪੁਰਖ 'ਚ ਅਭੇਦ ਹੋ ਗਏ। ਕਰਤਾਰਪੁਰ ਸਾਹਿਬ ਤੇ ਜਨਮ ਸਥਾਨ ਨਨਕਾਣਾ ਸਾਹਿਬ ਅੱਜ ਗੁਆਂਢੀ ਮੁਲਕ ਪਾਕਿਸਤਾਨ 'ਚ ਮੌਜੂਦ ਹਨ, ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਗੁਰੂ ਬਾਬੇ ਦੇ ਦਰ ਤੇ ਨਤਮਸਤਕ ਹੁੰਦੀਆਂ ਨੇ। ਅਦਾਰਾ ਫਾਸਟਵੇ ਆਪ ਸਭਨਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ। ਉੱਥੇ ਦੱਸ ਦਈਏ ਕਿ ਅੰਮ੍ਰਿਤਸਰ ਵਿਖੇ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦਾ ਸੈਲਾਬ ਉਮੜਿਆ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ। ਸਾਡੇ ਸਹਿਯੋਗੀ ਪੱਤਰਕਾਰ ਸੁਖਚੈਨ ਸਾਗਰ ਇਸ ਵਕਤ ਮੌਜੂਦ ਨੇ ਉੱਥੇ ਤੇ ਤੁਹਾਨੂੰ ਦਰਸ਼ਨ ਦੀਦਾਰ ਕਰਵਾ ਦਿੰਦੇ ਹਾਂ ਕਿਸ ਤਰ੍ਹਾਂ ਦੇ ਨਾਲ ਉੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਦੇ ਉੱਤੇ। ਤਾਂ ਬਿਲਕੁਲ ਸੁਖਚੈਨ, ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦੇ ਵਿੱਚ ਅੱਜ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਅੱਜ ਦੇ ਸ਼ੁਭ ਦਿਹਾੜੇ ਦੇ ਮੌਕੇ ਤੇ। ਜੀ ਬਿਲਕੁਲ ਜਸਮੀਤ, ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਜਿਹੜੀਆਂ ਸਾਨੂੰ ਦੇਖ ਰਹੀਆਂ, ਸਭ ਤੋਂ ਪਹਿਲੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਤਾਂ ਜਿਸ ਤਰ੍ਹਾਂ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵ ਬੜੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਉਣ ਵਾਸਤੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ। ਤਾਂ ਵੱਖ-ਵੱਖ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮ ਵੀ ਉਲੀਕੇ ਗਏ ਨੇ। ਤਾਂ ਕੱਲ ਤੋਂ ਹੀ ਜਿਹੜੀ ਲਾਈਟਿੰਗ ਦਾ ਜਿਹੜਾ ਕਾਫੀ ਅਦ੍ਰਿਸ਼ ਜਿਹੜਾ ਸੀ ਖਾਸ ਨਜ਼ਰ ਆਉਂਦਾ ਪਿਆ ਸੀ, ਅਲੌਕਿਕ ਨਜ਼ਾਰਾ ਜਿਹੜਾ ਨਜ਼ਰ ਆ ਰਿਹਾ ਸੀ। ਤਾਂ ਉਸ ਤੋਂ ਬਾਅਦ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅਖੰਡ ਪਾਠ ਵੀ ਆਰੰਭ ਜਿਹੜੇ ਕੀਤੇ ਗਏ ਨੇ। ਤਾਂ ਉਸ ਤੋਂ ਬਾਅਦ 9 ਤੋਂ 12 ਵਜੇ ਤੱਕ ਜਲੌ ਸਾਹਿਬ ਸਜਾਏ ਜਾਣਗੇ। ਤਾਂ ਸ਼ਾਮ ਵੇਲੇ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਇੱਕ ਸ਼ਾਨਦਾਰ ਨਜ਼ਾਰਾ ਜਿਹੜਾ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਤਾਂ ਇਸ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੇਖ ਸਕਦੇ ਜੀ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਆਉਣਾ ਸ਼ੁਰੂ ਹੋ ਚੁੱਕੇ ਨੇ। ਤਾਂ ਪਹਿਲਾਂ ਤੋਂ ਹੀ ਦੇਸ਼ ਵਿਦੇਸ਼ ਦੇ ਵਿੱਚੋਂ ਲੋਕ ਜਿਹੜੇ ਨੇ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ। ਤਾਂ ਇਸ ਦਿਨ ਨੂੰ ਬੜੇ ਹੀ ਚੱਜਾ ਦੇ ਨਾਲ ਜਿਹੜਾ ਮਨਾਇਆ ਜਾਂਦਾ। ਤਾਂ ਪਹਿਲਾਂ ਹੀ ਜਿਹੜੀ ਸੰਗਤ ਵੀ ਨਨਕਾਣਾ ਸਾਹਿਬ ਵੱਲ ਵੀ ਰਵਾਨਾ ਹੋਈ ਸੀ, ਹਾਲਾਂਕਿ ਕਾਫੀ ਸੰਗਤ ਚਾਹੁੰਦੀ ਦਾ ਵੀਜ਼ਾ ਜਿਹੜਾ ਨਹੀਂ ਸੀ ਲੱਗਾ, ਜਿਸ ਵਜ੍ਹਾ ਕਰਕੇ ਉਹਨਾਂ ਨੂੰ ਨਹੀਂ ਜਾਣ ਦੀ ਇਜਾਜ਼ਤ ਦਿੱਤੀ ਗਈ। ਪਰ ਫਿਰ ਵੀ ਸੰਗਤਾਂ ਦੇ ਵਿੱਚ ਉਤਸ਼ਾਹ ਕਾਫੀ ਨਜ਼ਰ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਸਤੇ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਆ ਇਸ ਜਗ੍ਹਾ ਤੇ ਪਹੁੰਚ ਰਹੀ ਹੈ। ਤਾਂ ਕੁਝ ਸੰਗਤ ਦੇ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸੰਗਤ ਕੀ ਕਹਿਣਾ ਚਾਹੁੰਦੀ ਆ। ਸਭ ਤੋਂ ਪਹਿਲੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੁੰਦੇ ਜੀ? ਅੱਜ ਉਤਸ਼ਾਹ ਬੜਾ ਨਜ਼ਰ ਆ ਰਿਹਾ, ਸੰਗਤਾਂ ਹੋਮ ਹਮਾ ਕੇ ਪਹੁੰਚ ਰਹੀਆਂ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਰ ਪ੍ਰਕਾਸ਼ ਗੁਰਪੁਰਬ ਦੀ ਸਾਰੇ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਔਰ ਤੁਹਾਡੇ ਚੈਨਲ ਰਾਹੀਂ ਬਹੁਤ ਬਹੁਤ ਮੁਬਾਰਕਬਾਦ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੀਵਨ ਵੱਲ ਝਾਤ ਮਾਰੀਏ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਪੜ੍ਹੀਏ ਤੇ 30 ਨਵੰਬਰ 1469 ਈਸਵੀ ਪਾਕਿਸਤਾਨ ਨਨਕਾਣਾ ਸਾਹਿਬ ਉਹਨਾਂ ਦਾ ਉੱਥੇ ਜਨਮ ਹੋਇਆ। ਤੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਹਾਜ਼ਰ ਭਰ ਰਹੀਆਂ ਨੇ, ਗੁਰੂ ਸਾਹਿਬ ਜੀ ਦੇ ਘਰ ਨਤਮਸਤਕ ਹੋ ਰਹੀਆਂ ਨੇ। ਅੱਜ 9 ਤੋਂ 12 ਜਲੌ ਸੱਜੇ ਗਏ ਨੇ। ਸ੍ਰੀ ਅਕਾਲ ਤਖਤ ਸਾਹਿਬ ਔਰ ਜੋ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਬਾਬਾ ਟਾਲ ਰਾਏ ਸਾਹਿਬ ਤੇ ਬਹੁਤ ਵਧੀਆ ਜੋ ਰਹਿ ਰਿਹਾ। ਸਭ ਤੋਂ ਉਪਰੰਤ ਜੋ ਸ਼ਾਮ ਦਾ ਦ੍ਰਿਸ਼ ਅਲੌਕਿਕ ਨਜ਼ਾਰਾ ਜਿਹਨੂੰ ਕਹਿ ਸਕਦੇ ਹਾਂ, ਅਲੌਕਿਕ ਨਜ਼ਾਰਾ ਤੇ ਦੀਪਮਾਲਾ ਹੋਏਗੀ ਤੇ ਆਸਤਬਾਜੀ ਹੋਵੇਗੀ। ਬਹੁਤ ਇਤਿਹਾਸ ਦੇ ਬਾਰੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਹੈ ਤੇ ਇਤਿਹਾਸ ਦੇ ਬਾਰੇ ਜਾਣੂ ਕਰਾਓ ਸਾਡੀ ਦੰਗ ਸਕਦੀ ਕਰੋ। ਦੇਖੋ ਜੀ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੱਚੇ ਮਾਰਗ ਤੇ ਸੱਚੇ ਉਪਦੇਸ਼ ਚੱਲਣ ਨੂੰ ਕਿਹਾ, ਕਿਰਤ ਕਰੋ ਵੰਡ ਛਕੋ ਨਾਮ ਜਪੋ। ਗੁਰੂ ਸਾਹਿਬ ਜੀ ਨੇ 20 ਰੁਪਏ ਦਾ ਸੌਦਾ ਕੀਤਾ। ਸੁਲਤਾਨਪੁਰ ਲੋਧੀ ਉੱਥੇ ਮਹਾਰਾਜ ਨੇ, ਉੱਥੇ ਗੁਰਦੁਆਰਾ ਹੈਗਾ ਸੁਲਤਾਨਪੁਰ ਲੋਧੀ ਦੇ ਵਿੱਚ 20 ਰੁਪਏ ਦਾ ਸੱਚਾ ਸੌਦਾ ਕਰਕੇ ਤੇ ਦੱਸਿਆ ਭੁੱਖੇ ਸਾਧੂ ਨੂੰ ਮਹਾਰਾਜ ਨੇ ਲੰਗਰ ਛਕਾਇਆ ਕਿ ਉਹ 20 ਰੁਪਏ ਦਾ ਸੌਦਾ ਹੁਣ ਤੱਕ ਚੱਲ ਰਿਹਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਜਿਸ ਤਰ੍ਹਾਂ ਕਿਸਾਨਾਂ ਦੇ ਮੁੱਦੇ ਬਾਰੇ ਗੱਲ ਹੈ, ਕਿਸਾਨ ਵੀ ਸਾਡੇ ਦਿੱਲੀ ਵਿੱਚ ਕਿਸਾਨ ਸਾਡੇ ਭਰਾ ਗਏ ਨੇ। ਜਿਸ ਤਰ੍ਹਾਂ ਕਾਲੇ ਜਿਹੜੇ ਮਤਲਬ ਕਹਿ ਸਕਦੇ ਆ ਜਿਹੜੇ ਰੱਦ ਹੋਏ ਨੇ ਬਿੱਲ, ਉਹ ਮੋਦੀ ਸਰਕਾਰ ਕੋਲੋਂ ਲੈਣ ਆਏ ਆ ਕਿ ਵਾਪਸ ਸਾਨੂੰ ਦੇ ਦੇਣ, ਆਪਣੇ ਬਿੱਲ ਪਾਸ ਲੈ ਲੈਣ। ਤੇ ਇਹੋ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਬਿੱਲ ਪਾਸ ਲੈ ਲੈਣ ਤੇ ਉਹਨਾਂ ਦੀ ਅਰਦਾਸ ਬਿਲਕੁਲ ਰੱਦ ਕੀਤੀ ਜਾਣ। ਹਰ ਕੋਈ ਵਾਹਿਗੁਰੂ ਦੇ ਅੱਗੇ ਇਹੀ ਇੱਛਾ ਜਿਹੜੀ ਆਪਣੀ ਜਤਾ ਰਿਹਾ। ਤੇ ਅਸਲੇ ਸੰਗਤ ਦੇਖ ਸਕਦੇ ਕਿ ਸੰਗਤ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ। ਸੰਗਤਾਂ ਹੋਮ ਹਮਾ ਕੇ ਇੱਥੇ ਪਹੁੰਚ ਰਹੀਆਂ ਨੇ ਤੇ ਗੁਰਪੁਰਬ ਦੇ ਇਸ ਮੌਕੇ ਦੇ ਉੱਤੇ ਸੰਗਤ ਹੋਰ ਕੀ ਕਹਿਣਾ ਚਾਹੁੰਦੀ ਆ। ਭਾਜੀ ਅੱਜ ਗੁਰਪੁਰਬ ਆ, ਕੀ ਕਹਿਣਾ ਚਾਹੁੰਦੇ ਹੋ? ਸੋ ਬਿਲਕੁਲ ਜਿਹੜੀ ਸੰਗਤ ਇੱਥੇ ਹੋਮ ਹਮਾ ਕੇ ਪਹੁੰਚ ਰਹੀ ਹੈ ਤਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਜੀ ਕਿ ਉਤਸ਼ਾਹ ਕਾਫੀ ਨਜ਼ਰ ਆ ਰਿਹਾ। ਤਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅੱਜ ਵੱਖ-ਵੱਖ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਗਏ ਨੇ। ਤਾਂ ਅੱਜ ਗੁਰਪੁਰਬ ਆ, ਕੀ ਕਹਿਣਾ ਚਾਹੁੰਦੇ ਜੀ ਗੁਰਪੁਰਬ ਦੇ ਉੱਤੇ? ਕੀ ਕਹਿਣਾ ਚਾਹੁੰਦੇ? ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਤੇ ਅਸੀਂ ਅੱਜ ਦਰਸ਼ਨ ਕਰਨ ਆਏ ਇੱਥੇ। ਗੁਰੂ ਮਹਾਰਾਜ ਦੀ ਬਖਸ਼ਿਸ਼ਾਂ ਪ੍ਰਾਪਤ ਕੀਤੀ, ਬਹੁਤ ਅੱਛਾ ਲੱਗਿਆ ਸਾਨੂੰ, ਬਹੁਤ ਵਧੀਆ ਦਰਸ਼ਨ ਕਰਕੇ ਜੀ।
ਬਿਲਕੁਲ ਬਹੁਤ ਅੱਛਾ ਲੱਗ ਰਿਹਾ ਜਿਹੜੀਆਂ ਸੰਗਤਾਂ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਇਹੋ ਹੀ ਕਿਹਾ ਜਾ ਰਿਹਾ ਕਿ ਇਹ ਗੁਰਪੁਰਬ ਮਨਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਨੇ ਤਾਂ ਬਹੁਤ ਅੱਛਾ ਲੱਗ ਰਿਹਾ ਕਿ ਸੰਗਤ ਇੱਥੇ ਪਹੁੰਚ ਰਹੀ ਹੈ। ਬਾਬਾ ਜੀ ਕੀ ਨਾਮ ਤੁਹਾਡਾ ਜੀ? ਹਾਂਜੀ ਹਰਦੀਪ ਸਿੰਘ। ਹਰਦੀਪ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਗੁਰਪੁਰਬ ਮਨਾਉਣ ਵਾਸਤੇ ਵੱਡੀ ਗਿਣਤੀ ਸੰਗਤਾਂ ਪਹੁੰਚ ਰਹੀਆਂ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਸੰਗਤ ਆ। ਖੁਸ਼ੀ ਹੋ ਰਹੀ ਹੈ ਅੱਜ ਪਹੁੰਚ ਕੇ? ਹਾਂਜੀ ਬਹੁਤ ਜ਼ਿਆਦਾ ਜੀ। ਅਸੀਂ ਚੇਚੇ ਕੋਟ ਖਾਲਸਾ ਚੱਲ ਕੇ ਆਏ ਹਾਂ ਜੀ। ਜੀ ਜੀ ਹਾਂਜੀ ਹਾਂਜੀ ਬੜੀ ਮਹਾਰਾਜ ਦੀ ਕਿਰਪਾ ਆ। ਬਿਲਕੁਲ ਬਹੁਤ ਮਹਾਰਾਜ ਦੀ ਕਿਰਪਾ ਵਾ ਕਿ ਸੰਗਤ ਜਿਹੜੀ ਆ ਇੱਥੇ ਜੀ, ਪਹੁੰਚ ਰਹੀ ਹੈ। ਤਾਂ ਇਸ ਵੇਲੇ ਤਸਵੀਰਾਂ ਜਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਤਾਂ 9 ਤੋਂ 12 ਜਲੌ ਸਾਹਿਬ ਜਿਹੜੇ ਆ ਸਜਾਏ ਜਾ ਰਹੇ ਆ ਤਾਂ ਉਹ ਵੀ ਆਪਣੀ ਸੰਗਤ ਨਾਲ ਅਸੀਂ ਤਸਵੀਰਾਂ ਸਾਂਝੀਆਂ ਜ਼ਰੂਰ ਕਰਾਂਗੇ ਕਿਉਂਕਿ ਜਿਹੜੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਸਾਡੇ ਨਾਲ ਜੁੜੀਆਂ ਨੇ ਉਹ ਦੇਖਣਾ ਚਾਹੁੰਦੀਆਂ ਨੇ ਕਿ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ ਆਪਾਂ ਹਰ ਉਹ ਅਪਡੇਟ ਜਾਣ ਸਕੀਏ, ਹਰ ਇੱਕ ਗਤੀਵਿਧੀ ਜਾਣ ਸਕੀਏ ਤਾਂ ਹਰ ਇੱਕ ਖੁਸ਼ੀ ਦਾ ਮੌਕਾ ਜਿਹੜਾ ਉਹ ਅਸੀਂ ਬਾਹਰ ਬੈਠੇ ਹੀ ਸਾਂਝਾ ਕਰ ਸਕੀਏ ਤਾਂ ਉਹ ਅਸੀਂ ਸਾਂਝਾ ਜ਼ਰੂਰ ਕਰਵਾ ਰਹੇ ਹਾਂ ਆਪਣੀ ਸੰਗਤ ਨੂੰ। ਰੱਬ ਵਰਗੀ ਜਿਹੜੀਆਂ ਰੂਹਾਂ ਸਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਅਸੀਂ ਸਾਂਝਾ ਜ਼ਰੂਰ ਕਰਵਾ ਰਹੇ ਹਾਂ। ਜੀ ਬਿਲਕੁਲ ਸੁਖਚੈਨ, ਬਹੁਤ ਬਹੁਤ ਸ਼ੁਕਰੀਆ ਤਮਾਮ ਤਸਵੀਰਾਂ ਸਾਡੇ ਤੱਕ ਪਹੁੰਚਾਉਣ ਦੇ ਲਈ। ਤਾਂ ਤੁਸੀਂ ਦੇਖਿਆ ਤੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਇੱਥੇ ਤੁਹਾਡੇ ਤੱਕ ਪਹੁੰਚਾਈਆਂ ਗਈਆਂ। ਸਾਡੇ ਸਹਿਯੋਗੀ ਪੱਤਰਕਾਰ ਸੁਖਚੈਨ ਸਾਗਰ ਸਾਡੇ ਨਾਲ ਜੁੜੇ ਸਨ ਤੇ ਬਿਲਕੁਲ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਅਤੇ ਇਹ ਸਿਲਸਿਲਾ ਜਿਹੜਾ ਉਹ ਕਾਫੀ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਅੱਜ ਦਾ ਜੋ ਦਿਹਾੜਾ ਉਹ ਬੇਹੱਦ ਜ਼ਿਆਦਾ ਪਵਿੱਤਰ ਦਿਹਾੜਾ ਮੰਨਿਆ ਜਾਂਦਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੂਰ ਦੁਰਾਡੇ ਤੋਂ ਪਹੁੰਚਦੀਆਂ ਨੇ। ਉਹਦੇ ਫਿਲੌਰ ਵਿਖੇ ਕੱਤਕ ਦੀ ਪੂਰਨਮਾਸ਼ੀ ਦਾ ਮੇਲਾ ਜਿਹੜਾ ਲੱਗਿਆ ਤੇ ਉੱਥੇ ਦਾ ਸਤਲੁਜ ਦੇ ਕੰਢੇ ਦੇ ਉੱਤੇ ਲੋਕਾਂ ਵੱਲੋਂ ਪਾਠ ਪੂਜਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਦਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਤੜਕਸਾਰ ਤੋਂ ਹੀ ਜੋ ਸੰਗਤ ਉੱਥੇ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਤੇ ਦਰਿਆ ਦੇ ਵਿੱਚ ਦੀਵੇ ਜਿਹੜੇ ਨੇ ਉਹ ਤਾਰੇ ਜਾਂਦੇ ਨੇ ਅਤੇ ਪੂਜਾ ਅਰਚਨਾ ਕੀਤੀ ਜਾਂਦੀ ਹੈ। ਤਾਂ ਬਿਲਕੁਲ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਬੀਤੀ ਰਾਤ ਕਿਸ ਤਰ੍ਹਾਂ ਦੇ ਨਾਲ ਉੱਥੇ ਸੁੰਦਰ ਸਜਾਵਟ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ। ਦੀਪਮਾਲਾ ਜਿਹੜੀ ਉਹ ਬੇहद ਖੂਬਸੂਰਤ ਤਰੀਕੇ ਦੇ ਨਾਲ ਕੀਤੀ ਗਈ ਹੈ ਤੇ ਸੰਗਤ ਜਿਹੜੀ ਆ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਪਹੁੰਚਦੀ ਹੈ। ਹਾਲਾਂਕਿ ਕੋਵਿਡ-19 ਦੀ ਵਜ੍ਹਾ ਦੇ ਕਰਕੇ ਕਾਫੀ ਕੁਝ ਜਿਹੜਾ ਇਸ ਵਕਤ ਜੋ ਚੇਂਜਸ ਨੇ ਜਿਹੜੇ ਉਹ ਦੇਖਣ ਨੂੰ ਮਿਲੇ, ਬਦਲਾਅ ਦੇਖਣ ਨੂੰ ਮਿਲੇ ਨੇ ਤੇ ਕਾਬਿਲੇ ਗੌਰ ਹੈ ਕਿ ਇਸ ਵਾਰ ਜਿਹੜਾ SGPC ਅਤੇ ਜੋ ਸੂਬਾ ਸਰਕਾਰ ਹੈ ਵੱਖ-ਵੱਖ ਜਗ੍ਹਾ ਤੇ ਉੱਤੇ ਸਮਾਗਮ ਕਰਾ ਰਹੀ ਹੈ ਤੇ ਉੱਥੇ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਉੱਥੇ ਪਹੁੰਚ ਚੁੱਕੇ ਨੇ। ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਨਤਮਸਤਕ ਹੋਣ ਦੇ ਲਈ ਅਤੇ SGPC ਤੇ ਸੂਬਾ ਸਰਕਾਰ ਦੇ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਤੇ ਅੱਜ ਸਮਾਗਮ ਜਿਹੜੇ ਕਰਵਾਏ ਜਾ ਰਹੇ ਨੇ। ਸੋ ਅੱਜ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਮਹਾਂਪੁਰਖਾਂ ਤੋਂ ਪਾਈ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਨਾਰੇ ਦਾ ਕੀਰਤਨ ਦਾ ਆਨੰਦ ਮਾਣੋ। ਨਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੋ। ਸੋ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸ਼੍ਰੀ ਬੇਟ ਸਾਹਿਬ ਪਹੁੰਚੇ ਨੇ ਤੇ ਹੁਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕੈਪਟਨ ਅਮਰਿੰਦਰ ਸਿੰਘ ਗੱਡੀ ਦੇ ਵਿੱਚ ਸਵਾਰ ਸਨ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ। ਇਸ ਤੋਂ ਇਲਾਵਾ ਉਹ ਡੇਰਾ ਬਾਬਾ ਨਾਨਕ ਵਿਖੇ ਵੀ ਹਾਜ਼ਰੀ ਭਰਨਗੇ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਜਿਹੜਾ ਉਹਨਾਂ ਦੇ ਵੱਲੋਂ ਯਾਨੀ ਪੱਥਰ ਜਿਹੜਾ ਉਹ ਰੱਖਿਆ ਜਾਣਾ ਹੈ। ਸੋ ਵੱਡੇ ਪੱਧਰ ਦੇ ਉੱਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ। ਕੀਰਤਨ ਦੀ ਜਿਹੜੀ ਲੜੀ ਹੈ, ਕੀਰਤਨ ਦਾ ਪ੍ਰਵਾਹ ਜਿਹੜਾ ਉਹ ਨਿਰੰਤਰ ਜਾਰੀ ਹੈ। ਸੰਗਤ ਜਿਹੜੀ ਹੈ ਉਹ ਦੂਰ ਦੁਰਾਡੇ ਤੋਂ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।
ਕੁਝ ਹੋਰ ਖਬਰਾਂ ਦਾ ਰੁਖ ਕਰਦੇ ਇੱਕ ਬੇहद ਮੰਦਭਾਗੀ ਖਬਰ ਆ ਰਹੀ ਹੈ ਖੰਨਾ ਤੋਂ, ਜਿੱਥੇ ਕਿ ਦਰਦਨਾਕ ਸੜਕ ਹਾਦਸਾ ਵਾਪਰਿਆ। ਟੈਂਪੂ ਟਰੈਵਲਰ ਦੀ ਖੜੇ ਟਰੱਕ ਦੇ ਨਾਲ ਟੱਕਰ ਹੋ ਗਈ। ਹਾਦਸੇ ਦੇ ਵਿੱਚ 4 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜਿਹੜੇ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਟਰੈਵਲਰ ਸਵਾਰ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਅਤੇ ਦਿੱਲੀ ਤੋਂ ਲੁਧਿਆਣਾ ਵੱਲ ਨੂੰ ਜਾ ਰਹੇ ਸਨ। ਇਸੇ ਦੌਰਾਨ ਖੜੇ ਟਰੱਕ ਦੇ ਨਾਲ ਟੈਂਪੂ ਟਰੈਵਲਰ ਦੀ ਟੱਕਰ ਹੋ ਗਈ। ਹਾਦਸੇ ਦੇ ਵਿੱਚ 4 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਸੋ ਬੇहद ਮੰਦਭਾਗੀ ਖਬਰ ਜਿਹੜੀ ਇਹ ਖੰਨਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੇ ਉੱਥੇ ਹੀ ਜ਼ਿਕਰਯੋਗ ਹੈ ਕਿ 4 ਬੱਚਿਆਂ ਸਮੇਤ ਕਈ ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ। 15 ਦੇ ਕਰੀਬ ਲੋਕ ਇਸ ਦੇ ਵਿੱਚ ਸਵਾਰ ਸਨ। CCTV ਤਸਵੀਰਾਂ ਜਿਹੜੀਆਂ ਇਸ ਦੀਆਂ ਸਾਹਮਣੇ ਆਈਆਂ ਨੇ ਤੇ ਟੈਂਪੂ ਟਰੈਵਲਰ ਦੇ ਹਾਲਤ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਟੱਕਰ ਹੋਈ ਹੋਵੇਗੀ ਤੇ CCTV ਦੇ ਵਿੱਚ ਜਿਹੜੀਆਂ ਤਸਵੀਰਾਂ ਕੈਦ ਹੋਈਆਂ ਨੇ ਕਿ ਕਿਵੇਂ ਖੜੇ ਟਰੱਕ ਦੇ ਨਾਲ ਇਸ ਟੈਂਪੂ ਟਰੈਵਲਰ ਦੀ ਟੱਕਰ ਹੋ ਜਾਂਦੀ ਹੈ। ਲਖਵਿੰਦਰ ਲੱਕੀ ਸਾਡੇ ਸਹਿਯੋਗੀ ਪੱਤਰਕਾਰ ਜੁੜ ਕੇ ਨੇ। ਲਖਵਿੰਦਰ, तमाम ਜਾਣਕਾਰੀ ਕੀ ਮਿਲ ਰਹੀ ਹੈ ਅਪਡੇਟ ਇਸ ਪੂਰੇ ਹਾਦਸੇ ਦੇ ਬਾਰੇ? ਇੱਕ ਬੱਚੇ ਦੀ ਮੌਤ ਹੋਈ ਹੈ ਤੇ ਹੋਰ ਕੀ ਕੁਝ ਜਾਣਕਾਰੀ ਮਿਲੀ ਹੈ? ਬਾਕੀਆਂ ਦੀ ਹਾਲਤ ਕਿਸ ਤਰ੍ਹਾਂ ਬਣੀ ਹੋਈ ਹੈ? ਬਾਕੀ ਜਸਮੀਤ, ਦਰਦਨਾਕ ਹਾਦਸਾ ਜਿਹੜਾ ਤਕਰੀਬਨ ਸਵੇਰੇ 6:15 ਦੇ ਆਸ-ਪਾਸ ਹੋਇਆ। ਇੱਕ ਜਿਹੜਾ ਟਰਾਲਾ ਆ ਕੇ ਕੁਝ ਟਾਈਮ ਪਹਿਲੇ ਖੜਦਾ ਹੈਗਾ, ਉਹਦੇ ਵਿੱਚ ਆ ਕੇ ਜਿਹੜਾ ਇੱਕ ਟੈਂਪੂ ਟਰੈਵਲ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ, ਇੱਕ ਵਿਆਹ ਦਾ ਪ੍ਰੋਗਰਾਮ ਅਟੈਂਡ ਕਰਕੇ ਜਿਹੜੇ ਸੀਗੇ ਇਹ ਜਾ ਰਹੇ ਸੀ ਕਿ ਅਚਾਨਕ ਇਹਨਾਂ ਦਾ ਜਿਹੜਾ ਟੈਂਪੂ ਟਰੈਵਲ ਸੀਗਾ ਖੜੇ ਟਰਾਲੇ ਦੇ ਵਿੱਚ ਵੱਜਿਆ, ਜਿਸ ਵਿੱਚ ਇੱਕ 4 ਸਾਲ ਦੀ ਜਿਹੜੀ ਬੱਚੀ ਸੀਗੀ ਉਹਦੀ ਮੌਤ ਹੋ ਗਈ ਔਰ ਤਕਰੀਬਨ 6 ਤੋਂ 7 ਜਿਹੜੇ ਗੰਭੀਰ ਜ਼ਖਮੀ ਨੇ ਔਰ ਬਾਕੀ ਦੇ ਜਿਹੜੇ ਨੇ ਤਕਰੀਬਨ 15 ਜਣੇ ਵਿੱਚ ਸਵਾਰ ਸੀ ਕਿ ਬਾਕੀਆਂ ਨੂੰ ਘੱਟ ਚੋਟਾਂ ਆਈਆਂ। ਬਾਕੀ ਜਿੰਨੇ ਸਾਰੇ ਨੇ ਉਹਨਾਂ ਨੂੰ PGI ਰੈਫਰ ਕੀਤਾ ਗਿਆ। ਜੀ ਜਸਮੀਤ ਜੀ, ਤੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੇ ਨਾਲ ਬਣੀ ਹੋਈ ਹੈ? ਕੋਈ ਜਾਣਕਾਰੀ ਮਿਲ ਪਾਈ ਇਸ ਬਾਬਤ ਲਖਵਿੰਦਰ? ਜੀ ਜਸਮੀਤ, ਜਿਸ ਤਰ੍ਹਾਂ ਕਿ ਦੱਸ ਚੁੱਕੇ ਕਿ ਇਹਨਾਂ ਚੋਂ 5 ਤੋਂ ਜਿਹੜੇ 6 ਨੇ ਉਹ ਜ਼ਿਆਦਾ ਗੰਭੀਰ ਜ਼ਖਮੀ ਨੇ, ਉਹਨਾਂ ਨੂੰ PGI ਤੁਰੰਤ ਰੈਫਰ ਕਰ ਦਿੱਤਾ ਗਿਆ ਸੀਗਾ ਔਰ ਜਿਹੜੇ ਬਾਕੀ ਨੇ ਉਹਨਾਂ ਨੂੰ ਮਾਮੂਲੀ ਚੋਟਾਂ ਆਈਆਂ ਨੇ। ਇਹਦੇ ਵਿੱਚ ਇੱਕ ਸਾਹਮਣੇ CCTV ਵੀ ਮੌਕੇ ਦੀ ਘਟਨਾ ਦੀ CCTV ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦਿਖ ਰਿਹਾ ਕਿ ਟਰਾਲਾ ਆ ਕੇ ਖੜਦਾ, ਉਹਦੇ ਵਿੱਚ ਜਿਹੜਾ ਟੈਂਪੂ ਟਰੈਵਲਰ ਹੈ ਉਹ ਆ ਕੇ ਲੱਗਦਾ ਹੈ। ਜੀ ਜਸਮੀਤ, ਬਿਲकुल जी लखविंदर, बहुत बहुत शुक्रिया तमाम जानकारी ਦੇ ਲਈ। ਤਾਂ CCTV ਫੁਟੇਜ ਵੀ ਇਸ ਪੂਰੇ ਹਾਦਸੇ ਦੀ ਸਾਹਮਣੇ ਆਈ ਹੈ ਤੇ ਉਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਖੜੇ ਟਰੱਕ ਦੇ ਨਾਲ ਇਸ ਟੈਂਪੂ ਟਰੈਵਲਰ ਦੀ ਟੱਕਰ ਹੋ ਜਾਂਦੀ ਹੈ। ਜ਼ਬਰਦਸਤ ਟੱਕਰ ਦੇ ਵਿੱਚ ਇੱਕ 4 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਦਰਦਨਾਕ ਹਾਦਸਾ ਜਿਹੜਾ ਇਹ ਖੰਨਾ ਦੇ ਵਿੱਚ ਵਾਪਰਿਆ ਤੇ ਅੱਜ ਤੜਕਸਾਰ ਇਸ ਹਾਦਸੇ ਦੀ ਜਾਣਕਾਰੀ ਜਿਹੜੀ ਉਹ ਮਿਲੀ ਤੇ ਉਸ ਤੋਂ ਬਾਅਦ ਤਾਂ ਅਸੀਂ ਜ਼ਖਮੀਆਂ ਦੇ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ ਤੇ ਜਿਨ੍ਹਾਂ ਨੂੰ PGI ਰੈਫਰ ਕੀਤਾ ਗਿਆ ਹੈ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਨਹੀਂ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਪਾਉਣੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ। ਸੁਲਤਾਨਪੁਰ ਲੋਧੀ 'ਚ ਕਰਵਾਏ ਜਾ ਰਹੇ ਨੇ ਸਮਾਗਮ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਉਮੜਿਆ ਸੰਗਤਾਂ ਦਾ ਸਲਾਹ। ਗੁਰੂ ਘਰਾਂ 'ਚ ਨਤਮਸਤਕ ਹੋ ਰਹੀ ਹੈ ਸੰਗਤ। ਪ੍ਰਕਾਸ਼ ਪੁਰਬ ਦੇ ਮੌਕੇ ਸੁਲਤਾਨਪੁਰ ਲੋਧੀ ਵਿਖੇ ਸਮਾਗਮਾਂ ਦਾ ਆਯੋਜਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ। ਕਈ ਵਿਕਾਸ ਕਾਰਜਾਂ ਦਾ ਅੱਜ ਕਰਨਗੇ ਉਦਘਾਟਨ। ਗੁਰਦੁਆਰਾ ਦਰਬਾਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਵਿਖੇ ਵੀ ਭਰਨਗੇ ਹਾਜ਼ਰੀ। ਦਿੱਲੀ 'ਚ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ। ਸ਼ਰਤਾਂ ਰੱਖਣ ਦੇ ਕਰਕੇ ਕੇਂਦਰ ਵੱਲੋਂ ਗੱਲਬਾਤ ਕਰਨ ਦਾ ਦਿੱਤਾ ਸੱਦਾ ਠੁਕਰਾਇਆ। ਕੇਂਦਰ ਅੱਗੇ ਰੱਖੀਆਂ 8 ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ। ਫਰੀਦਕੋਟ ਦੇ ਨਿਊ ਕੈਂਟ ਰੋਡ ਤੇ ਵਾਪਰੀ ਲੁੱਟ ਦੀ ਵਾਰਦਾਤ। ਨਕਾਬਪੋਸ਼ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਮਹਿਲਾ ਵਕੀਲ ਨੂੰ ਘਰ 'ਚ ਬੰਦਕ ਬਣਾ ਕੇ ਸੋਨੇ ਦੇ ਗਹਿਣੇ, ਨਕਦੀ ਅਤੇ ਕਾਰ ਲੁੱਟ ਕੇ ਹੋਏ ਫਰਾਰ। ਘਰ ਦੇ ਲਾਗੇ ਲੱਗੇ CCTV ਖੰਗਾਲ ਰਹੀ ਹੈ ਪੁਲਿਸ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇਹ ਨਹੀਂ। ਜੇਕਰ ਤੁਹਾਡੇ ਕੋਲ ਇਸ ਬਾਬਤ ਕੋਈ ਵੀ ਸੁਝਾਅ ਜਾਂ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ news@fastway.in ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ। ਹੁਣ ਮੈਨੂੰ ਤੇ ਇਜਾਜ਼ਤ, ਧੰਨਵਾਦ।